ਧਮਕੀ ਮਿਲਣ ਤੋਂ ਬਾਅਦ ਨਿਊਜ਼ 18 ਤੇ ਬੋਲੇ ਮੂਸੇਵਾਲਾ ਦੇ ਪਿਤਾ, ਮੈਂ ਧਮਕੀਆਂ ਤੋਂ ਡਰ ਕੇ ਚੁੱਪ ਬੈਠਣ ਵਾਲਾ ਨਹੀਂ। ਮੇਰੇ ਬੇਕਸੂਰ ਬੇਟੇ ਨੂੰ ਮਾਰਿਆ ਗਿਆ, ਆਪਣੇ ਬੇਟੇ ਨੂੰ ਇਨਸਾਫ ਦਿਵਾ ਕੇ ਰਵਾਂਗਾ। ਪੰਜਾਬ ਦੇ ਸਣੇ 3 ਸੂਬਿਆਂ ਦੇ 6 ਜ਼ਿਲ੍ਹਿਆਂ ਦੇ ਵਿੱਚ ਰਚੀ ਗਈ ਸੀ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼। ਸਲਾਖਾ ਦੇ ਪਿੱਛੇ ਬੰਦ ਗੈਂਗਸਟਰਾਂ ਨੇ ਸ਼ੂਟਰਾਂ ਤੱਕ ਪਹੁੰਚਾਏ ਸਨ ਗੱਡੀਆਂ ਤੇ ਹਥਿਆਰ। ਜੇਲ੍ਹਾਂ ਤੋਂ ਹੀ ਕੈਨੇਡਾ ਦੇ ਵਿੱਚ ਗੋਲਡੀ ਦੇ ਨਾਲ ਫੋਨ ਤੇ ਕਰਦੇ ਸਨ ਗੱਲ। ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਦੇ ਵਿੱਚ ਤੀਜੇ ਦਿਨ ਵੀ ਹਿਸਾਰ ਦੇ ਵਿੱਚ ਜਾਂਚ ਕਰ ਰਹੀ ਗੋਆ ਪੁਲਿਸ। ਸੋਨਾਲੀ ਦੇ ਫਾਰਮ ਹਾਊਸ ਤੇ ਮਕਾਨ ਦੀ ਕੀਤੀ ਜਾ ਚੁੱਕੀ ਹੈ ਜਾਂਚ। ਜਾਇਦਾਦ ਨੂੰ ਲੈ ਕੇ ਵੀ ਖੰਗਾਲੇ ਗਏ ਦਸਤਾਵੇਜ਼। ਆਪ ਵਿਧਾਇਕਾ ਬਲਜਿੰਦਰ ਕੌਰ ਦੇ ਹੱਕ ਦੇ ਵਿੱਚ ਉਤਰੇ ਹਰਸਿਮਰਤ ਬਾਦਲ। ਬੋਲੇ ਐਮਐਲਏ ਦੇ ਪਤੀ ਤੇ ਕਾਨੂੰਨ ਮੁਤਾਬਿਕ ਹੋਵੇ ਸਖਤ ਕਾਰਵਾਈ। ਹਰਕਤ ਦੇ ਲਈ ਜਨਤਕ ਤੌਰ ਤੇ ਮੰਗੇ ਮਾਫੀ। ਟੈਂਡਰ ਘੋਟਾਲੇ ਦੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀਆਂ ਵਧੀਆਂ ਮੁਸ਼ਕਿਲਾਂ। ਪਨਸਬ ਦੇ ਅਧਿਕਾਰੀਆਂ ਦੀ ਚੈਟ ਆਈ ਸਾਹਮਣੇ। ਮੈਸੇਜ ਦੇ ਵਿੱਚ ਰਾਹੁਲ ਗਾਂਧੀ ਦੀ ਰੈਲੀ ਦੇ ਲਈ ਫੰਡ ਜੁਟਾਉਣ ਦੀ ਹੋ ਰਹੀ ਗੱਲ। ਐਕਸਾਈਜ਼ ਪਾਲਿਸੀ ਤੇ ਚੁੱਕੇ ਜਾ ਰਹੇ ਸਵਾਲਾਂ ਵਿਚਾਲੇ ਵਿੱਤ ਮੰਤਰੀ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ। ਹਰਪਾਲ ਚੀਮਾ ਬੋਲੇ ਕਾਂਗਰਸ ਸਰਕਾਰ ਦੇ ਵਿੱਚ ਸੀ ਸ਼ਰਾਬ ਮਾਫੀਆ, ਸੀ ਸੂਬੇ ਚੋਂ ਖਤਮ ਕੀਤਾ ਮਾਫੀਆ ਰਾਜ। ਸਮੁੰਦਰ ਦੇ ਵਿੱਚ ਵਧੀ ਭਾਰਤ ਦੀ ਤਾਕਤ। ਪੀਐਮ ਮੋਦੀ ਨੇ ਆਈਐਨਐਸ ਵਿਕਰਾਂਤ ਦੇਸ਼ ਨੂੰ ਕੀਤਾ ਸਮਰਪਿਤ। ਭਾਰਤੀ ਜਲ ਸੈਨਾ ਦੇ ਵਿੱਚ ਸ਼ਾਮਿਲ ਹੋਇਆ ਦੇਸ਼ 'ਚ ਬਣਿਆ ਪਹਿਲਾ 에ਅਰਕ੍ਰਾਫਟ ਪੋਰਟ। ਤਰਨਤਾਰਨ ਦੀ ਚਰਚ 'ਚ ਪੰਤੋੜ ਤੋਂ ਬਾਅਦ ਹਾਈਕੋਰਟ ਪਹੁੰਚਿਆ ਮਸੀਹ ਭਾਈਚਾਰਾ। ਈਸਾਈ ਸਮਾਜ ਅਤੇ ਗਿਰਜਾਘਰਾਂ ਦੀ ਸੁਰੱਖਿਆ ਦੀ ਮੰਗ। ਬੋਲੇ ਮੌਜੂਦਾ ਹਾਲਾਤ ਨੇ ਖਤਰੇ ਦੀ ਘੰਟੀ। ਤਰਨਤਾਰਨ ਦੀ ਚਰਚ 'ਚ ਪੰਤੋੜ ਤੋਂ ਬਾਅਦ ਐਕਸ਼ਨ ਦੇ ਵਿੱਚ ਪੁਲਿਸ ਦੇ ਸੀਨੀਅਰ ਅਧਿਕਾਰੀ। ਮੋਹਾਲੀ ਦੇ ਵਿੱਚ ਧਾਰਮਿਕ ਸਥਾਨਾਂ ਤੇ ਸੁਰੱਖਿਆ ਪ੍ਰਬੰਧਾਂ ਦਾ ਲੈ ਰਹੇ ਜਾਇਜ਼ਾ। ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦੀ ਆੜਤੀ ਐਸੋਸੀਏਸ਼ਨ ਦੇ ਨਾਲ ਬੈਠਕ ਜਾਰੀ। ਨਰਮੇ ਦੇ ਆੜਤ ਘਟਾਏ ਜਾਣ ਦਾ ਕਰ ਰਹੇ ਨੇ ਵਿਰੋਧ। ਫੈਸਲਾ ਵਾਪਸ ਲਏ ਜਾਣ ਦੀ ਕਰ ਰਹੇ ਨੇ ਮੰਗ। ਚਰਖੀ ਦਾਦਰੀ ਦੇ ਵਿੱਚ ਸਕੂਲ ਬੱਸ ਲੱਗੀ ਭਿਆਨਕ ਅੱਗ। 15 ਦੇ ਕਰੀਬ ਬੱਚਿਆਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ। ਸ਼ਾਰਟ ਸਰਕਟ ਦੱਸੇ ਜਾ ਰਿਹਾ ਕਾਰਨ। ਜਗਰਾਉਂ 'ਚ ਘਰ ਅੰਦਰ ਵੜ ਕੇ ਲੁੱਟ। ਪਿਸਤੌਲ ਦੀ ਨੋਕ ਤੇ 2 ਮਹਿਲਾਵਾਂ ਤੋਂ ਖੋਏ ਸੋਨੇ ਦੇ ਕੰਗਣ। ਤਸਵੀਰਾਂ ਸੀਸੀਟੀਵੀ 'ਚ ਕੈਦ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਰਦੇ ਹਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਜਵਾਬ ਤੋਂ। ਜੋ ਜਵਾਬ ਉਹਨਾਂ ਨੇ ਉਸ ਧਮਕੀ ਨੂੰ ਦਿੱਤਾ ਹੈ, ਜੋ ਧਮਕੀ ਆਈ ਹੈ ਗੈਂਗਸਟਰਾਂ ਦੇ ਵੱਲੋਂ। ਧਮਕੀ ਤੋਂ ਬਾਅਦ ਦੱਸੀ ਕਿ ਮੂਸੇਵਾਲਾ ਦੇ ਪਿਤਾ ਦਾ ਪਹਿਲਾ ਬਿਆਨ ਹੈ ਔਰ ਨਿਊਜ਼ 18 ਤੇ ਗੱਲਬਾਤ ਕੀਤੀ ਹੈ ਉਹਨਾਂ ਨੇ। ਉਸ ਦੇ ਦੌਰਾਨ ਇਹ ਬਿਆਨ ਆਇਆ ਔਰ ਪਹਿਲਾ ਬਿਆਨ ਸਾਹਮਣੇ ਆਇਆ। ਧਮਕੀ ਮਿਲੀ ਹੈ ਪਰ ਲੜਾਈ ਜਾਰੀ ਰੱਖਾਂਗੇ। ਡਰਨ ਵਾਲਿਆਂ ਨੇ ਹੀ ਦੇ ਵਿੱਚੋਂ ਨਹੀਂ ਆ, ਡਰਾਂਗੇ ਨਹੀਂ। ਮੇਰੇ ਬੇਕਸੂਰ ਬੇਟੇ ਨੂੰ ਮਾਰਿਆ ਗਿਆ ਹੈ। ਉਹਨਾਂ ਨੇ ਇਹ ਵੀ ਕਿਹਾ ਮੈਂ ਧਮਕੀ ਤੋਂ ਡਰ ਕੇ ਚੁੱਪ ਬੈਠਣ ਵਾਲਾ ਨਹੀਂ ਆ, ਇਨਸਾਫ ਦਿਵਾ ਕੇ ਰਵਾਂਗਾ। ਆਖਿਰ ਤੱਕ ਲੜਾਈ ਲੜੀ ਜਾਏਗੀ। ਮੈਂ ਆਪਣੇ ਬੇਟੇ ਨੂੰ ਇਨਸਾਫ ਦਿਵਾ ਕੇ ਰਵਾਂਗਾ ਔਰ ਲੜਾਈ ਅੰਤ ਤੱਕ ਲੜਾਂਗੇ। ਅਸੋਸੀਏਟ ਦੇ ਤੌਰ ਤੇ ਦੱਸ ਦਈਏ ਕਿ ਜੋ ਬਿਆਨ ਸਾਹਮਣੇ ਆਇਆ ਤਾਂ ਇਹ ਪਹਿਲਾ ਬਿਆਨ ਹੈ ਉਸ ਧਮਕੀ ਤੋਂ ਬਾਅਦ ਜੋ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਦਿੱਤੀ ਗਈ ਔਰ ਉਸ ਦੇ ਵਿੱਚ ਬਾਕਾਇਦਾ ਕਿਹਾ ਗਿਆ ਕਿ ਤੇਰਾ ਹਸ਼ਰ ਵੀ ਸਿੱਧੂ ਮੂਸੇਵਾਲਾ ਵਰਗਾ ਹੋਏਗਾ ਔਰ ਉਸ ਤੋਂ ਵੀ ਬਦਤਰ ਕਰਾਂਗੇ ਜੇਕਰ ਚੁੱਪ ਨਹੀਂ ਬੈਠੇਗਾ। ਬੁੱਢੇ ਅਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਉਸ ਈਮੇਲ ਦੇ ਵਿੱਚ। ਹਾਲਾਂਕਿ ਪੁਸ਼ਟੀ ਨਹੀਂ ਹੈ ਅਜੇ ਤੱਕ ਕਿ ਉਹ ਈਮੇਲ ਕਿਸ ਦੇ ਵੱਲੋਂ ਜਾਂ ਸੱਚਮੁੱਚ ਗੈਂਗਸਟਰ ਦੇ ਵੱਲੋਂ ਕੀਤੀ ਗਈ ਹੈ। ਪਰ ਆਖਰਕਾਰ ਜੋ ਈਮੇਲ ਦਾ ਵਿੱਚ ਕਿਹਾ ਗਿਆ, ਜੋ ਧਮਕੀ ਦਿੱਤੀ ਗਈ ਤਾਂ ਸਿੱਧੇ ਤੌਰ ਤੇ ਉਸ ਨੂੰ ਲੈ ਕੇ ਹੈਰਾਨਗੀ ਔਰ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਲਈ ਇੱਕ ਵੱਡਾ ਟੀਚਾ ਵੀ ਕਹਿ ਸਕਦੇ ਆ। ਪਰ ਉੱਥੇ ਹੀ ਹੁਣ ਜਵਾਬ ਸਾਹਮਣੇ ਆਇਆ। ਤੁਹਾਨੂੰ ਸਭ ਤੋਂ ਪਹਿਲਾਂ ਉਹ ਮੂਸੇਵਾਲਾ ਦੇ ਪਿਤਾ ਨੂੰ ਦਿੱਤੀ ਹੋਈ ਧਮਕੀ ਸੁਣਾਉਂਦੇ ਆ ਜੋ ਈਮੇਲ ਦੇ ਜ਼ਰੀਏ ਦਿੱਤੀ ਗਈ ਹੈ ਔਰ ਉਸ ਦੇ ਵਿੱਚ ਕੀ ਕੁਝ ਜ਼ਿਕਰ ਕੀਤਾ ਗਿਆ। ਸੁਣੋ ਸਿੱਧੂ ਮੂਸੇਵਾਲਾ ਦੇ ਬਾਪੂ, ਤੂੰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਸਾਡੇ ਭਰਾਵਾਂ ਦੀ ਸੁਰੱਖਿਆ ਨੂੰ ਲੈ ਕੇ ਜੇਕਰ ਕੁਝ ਬੋਲੇਗਾ ਤਾਂ ਤੇਰਾ ਤਾਂ ਪਤਾ ਵੀ ਨਹੀਂ ਲੱਗੂਗਾ। ਜੋ ਨੂੰ ਪੰਜਾਬ ਲੈ ਕੇ ਆਉਣ ਤੋਂ ਬਾਅਦ ਲਗਾਤਾਰ ਉਸ ਨੂੰ ਵੱਖ-ਵੱਖ ਕੇਸਾਂ ਦੇ ਇਸ ਦੇਸ਼ ਦੇ ਮਾਲਕ ਨਹੀਂ ਹੋ ਕਿ ਤੁਸੀਂ ਜਿਸ ਨੂੰ ਚਾਹੋਗੇ ਉਸ ਨੂੰ ਸੁਰੱਖਿਆ ਮਿਲੇਗੀ। ਤੇਰੇ ਮੁੰਡੇ ਨੇ ਸਾਡੇ ਭਰਾਵਾਂ ਨੂੰ ਮਰਵਾਇਆ ਅਤੇ ਅਸੀਂ ਤੇਰੇ ਮੁੰਡੇ ਨੂੰ ਮਾਰ ਦਿੱਤਾ। ਅਸੀਂ ਭੁੱਲੇ ਨਹੀਂ ਹਾਂ। ਮਨਪ੍ਰੀਤ ਮੰਨੂ ਅਤੇ ਜਗਰੂਪ ਸਿੰਘ ਰੂਪਾ ਦਾ ਫੇਕ ਐਨਕਾਊਂਟਰ ਹੋਇਆ ਅਤੇ ਤੈਨੂੰ ਵੀ ਇਹ ਨਹੀਂ ਭੁੱਲਣਾ ਚਾਹੀਦਾ ਬੁੱਢੇ, ਕਿਉਂਕਿ ਇਹ ਸਭ ਕੁਝ ਤੇਰੇ ਦਬਾਅ ਕਰਕੇ ਹੋਇਆ। 100 बात की एक बात, जे तू ज्यादा बोलिया तो तेरा हशर
ਸਿੱਧੂ ਤੋਂ ਵੱਧ ਖਤਰਨਾਕ ਤੇ ਭਿਆਨਕ ਹੋਵੇਗਾ। ਓਕੇ, ਮੈਂ ਏਜੇ ਬਿਸ਼ਨੋਈ, ਲੌਰੈਂਸ ਬਿਸ਼ਨੋਈ, ਸੰਪਤ ਨਹਿਰਾ, ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ, ਕਾਲਾ ਜਠੇੜੀ ਤੇ ਸੋਪੂ ਗਰੁੱਪ ਤੋਂ ਹਾਂ। ਤਾਂ ਈਮੇਲ ਦੇ ਜ਼ਰੀਏ ਧਮਕੀ ਦਿੱਤੀ ਗਈ ਔਰ ਸਿੱਧੇ ਤੌਰ ਤੇ ਜੇਕਰ ਇੱਕ ਸ਼ਬਦ ਦੀ ਗੱਲ ਕੀਤੀ ਜਾਵੇ ਇਸ ਵਿੱਚ ਕਿਹਾ ਗਿਆ ਕਿ ਚੁੱਪ ਬੈਠਿਆ ਜਾਵੇ ਨਹੀਂ ਤਾਂ ਹਸ਼ਰ ਬੁਰਾ ਹੋਏਗਾ, ਸਿੱਧੂ ਮੂਸੇਵਾਲਾ ਤੋਂ ਵੀ ਜ਼ਿਆਦਾ ਬੱਤਰ ਹੋਏਗਾ। ਸਿੱਧਾ ਚਾਹਦੇ ਮਨੋਜ ਰਾਠੀ ਨੇ ਮੇਰੇ ਸਹਿਯੋਗੀ ਮਨੋਜ, ਇਸ ਤੋਂ ਪਹਿਲਾਂ ਵੀ ਜ਼ਿਕਰ ਹੁੰਦਾ ਰਿਹਾ ਧਮਕੀਆਂ ਦਾ, ਬਹੁਤ ਸਾਰੇ ਲੋਕਾਂ ਨੂੰ ਆਈਆਂ WhatsApp ਦੇ ਜ਼ਰੀਏ, ਬਲਕੌਰ ਸਿੰਘ ਨੂੰ ਵੀ ਆਈ, ਪਰ ਜੋ ਇਹ ਧਮਕੀ ਆਈ ਹੈ ਕਿਤੇ ਨਾ ਕਿਤੇ ਇਸ ਤੇ ਜੋ ਸ਼ਬਦ ਲਿਖੇ ਨੇ ਅੰਦਾਜ਼ਾ ਲੱਗਦਾ ਕਿ ਹੋ ਸਕਦਾ, ਹਾਲਾਂਕਿ ਪੁਸ਼ਟੀ ਨਹੀਂ ਹੋ ਰਹੀ, ਪਰ ਬਹੁਤ ਸਾਰੀਆਂ ਚੀਜ਼ਾਂ ਆਇਆ ਸਾਹਮਣੇ। ਸਭ ਤੋਂ ਪਹਿਲਾਂ ਕੀ ਕੁਝ ਕਹੋਗੇ ਹੁਣ ਤੱਕ ਜੋ ਬਿਆਨ ਆਇਆ ਬਲਕੌਰ ਸਿੰਘ ਹੋਰਾਂ ਦਾ ਕਿ ਮੈਂ ਡਰਨ ਵਾਲਾ ਨਹੀਂ ਹਾਂ, ਇਨਸਾਫ ਦਵਾ ਕੇ ਰਵਾਂਗਾ। बिल्कुल गुरजोत, क्योंकि पहला बयान जिहड़ा सिद्धू दे फादर दा है बलकौर सिंह दा, ते मैं डरन वाला नहीं हाँ कि जब तक सानू इंसाफ नहीं मिलता असी लड़ाई लड़ांगे। एक हफ्ते का अल्टीमेटम दिता सी, उस तो बाद कई चीज़ां सिद्धू दे फादर बलकौर सिंह ने कही सी, लोकां दे विच कही सी, शरेआम कही सी कि हजे भी जिहड़े मेन कातिल ने वो फरार ने या फिर बाहर ने, सिर्फ तुसी इन्हां नूं फड़ के नहीं कह सकते कि असी कातिलां नूं फड़ लिया, हजे बहुत चीज़ां बाकी हैं, बहुत चीज़ां। ये सारी चीज़ां होने तो बाद जब SSP ਜਿਹੜੇ पुलिस के बड़े अधिकारी उन्होंने मिले, उन्होंने कहा कि जिहड़ी भी तुहाडी शिकायत है तुसीं सानूं लिख के दो। कई चीज़ों का जिक्र किया उन्होंने, एक कंप्लेंट जिहड़ी नवीं दित्ती उहदे विच जिहड़े दो म्यूजिक के इंडस्ट्री के नाम सीगे उन्होंने भी नामजद किया है। पड़ोसियों के बारे कही सीगी उहदे बारे शिकायत दी सी, उन्होंने भी नामजद किया है। जिहड़े दो भरा ने जोगिंदर, अवतार, जीवन जोत, 3 लोगों के खिलाफ नामजद जिहड़ा किया है। दो जिहड़े कन्वर गरेवाल ने या फिर होर बंदे ने म्यूजिक इंडस्ट्री के 50 तो भी वध जिहड़े गाने हैं उन्होंने गाए है, सिद्धू मूसेवाले ने गाए सीगे उन्होंने कंपनी से। लेकिन हुण जिहड़ी ये मेल आई, हालांकि असीं इसकी पुष्टि नहीं करते, लेकिन किते ना किते इहदे विच किसी भी तरह का कोई रिस्क नहीं लिया जा सकता, क्योंकि जिहड़ी जिहड़ी इहदे विच गल कीती गई है, की कहा उन्होंने शूटर AJ लॉरेंस इहदे नां ते आई है। ये संपत नहरा, गोल्डी बराड़, लॉरेंस बिश्नोई, काला जेठड़ी, ये सारे जिहड़े हैगे ये लॉरेंस बिश्नोई दे बहुत ही खास गुरगे ने ते सारे तिहाड़ जेल च बंद ने, वख-वख जेलां च सारे बंद ने। ते इन्हां दा जिहड़ा नैक्सस बहुत लंबा नैक्सस है गुरजोत, बहुत बड़ा नैक्सस इन्हां दा जिहड़ा चल रहा है। जिहड़ी लॉरेंस ने खुद मन्निया, खुद उन्हें अपनी पुछगिछ च मन्निया है कि साडा जिहड़ा नैक्सस है जग्गू भगवानपुरीए दे नाल, होर जिहड़ा गोल्डी बराड़ विदेश च बैठा है, लिपिन नहरा विदेश च बैठा है जिहड़ा लगातार ये काम करा रहा है, ये कई चीज़ां ने। हालांकि हुण इहदे विच जिहड़ा पुलिस दा साइबर सैल लगातार असीं गलबात कर रहे हैं अफसरां नाल कि किस तरह दे तुसीं इन्वेस्टिगेशन कर रहे हो। साइबर सैल IT जिहड़ा सैल है पंजाब पुलिस दा, वो जिन्ना भी जिहड़ा इहदा IP एड्रैस हुंदा है जिहदे तो मेल आई है, क्योंकि पुलिस सोर्स ही जिहड़े जानकारी दे रहे हैं कि ये एक दिन पहला मेल जनरेट की गई सी और उस तो बाद मेल करन तो बाद इहनूं डिलीट कर दिता गया है। यानी कि बड़े ही शातिर तरीके नाल, बहुत ही तरीके नाल जिन्हें भी हरकत की है, जिन्हें भी ये मेल की है, ऑफिशियली मूसेवाले दे ईमेल ID ते ये मेल की है। हुण FB ता जमाना गया, FB ते तां पोस्ट करते ही करते हैं, एक दूजे नूं धमकियां देंदे, लेकिन हुण नवां ट्रेंड जिहड़ा शुरू किया है कि मेल दे राहीं हिंदी विच ये मेल लिखी हुई है कि तेरे मुंडे दा जिहड़ा होया है हशर होया है, उस तो भी माड़ा तेरा हशर होएगा, शिकायतां करना बंद कर दे। यानी कि शिकायतां किहड़ी है, ਉਹੀ शिकायत जिसका ਅਸੀਂ जिक्र कर रहे हैं कि ਜਿਹੜੇ ਉਹਨਾਂ ਦੇ ਫਾਦਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਹਜੇ ਦੇ ਤਾਰ ਜਿਹੜੇ ਹੈਗੇ ਬਹੁਤ ਲੰਬੇ ਹੈ। ਕਈ ਜਿਹੜੇ ਹੈਗੇ ਉਹਨਾਂ ਨੇ ਇਹ ਵੀ ਲਿਖਿਆ ਕਿ ਮਨੂ ਤੇ ਜਗਰੂਪ ਰੂਪਾ ਦਾ ਜਿਹੜਾ ਇਨਕਾਊਂਟਰ ਹੋਇਆ ਤੇਰੇ ਕਰਕੇ ਹੋਇਆ ਹੈ, ਸਾਨੂੰ ਜਿਹੜੀ ਪੁਲਿਸ ਤੰਗ ਕਰ ਰਹੀ ਹੈ, ਤੇਰੀ ਜਿਹੜੀ ਸ਼ਿਕਾਇਤਾਂ ਹੈ ਉਹ ਤੁਸੀਂ ਬੰਦ ਕਰ ਦਿਓ ਨਹੀਂ ਤਾਂ ਹਸ਼ਰ ਮਾੜਾ ਹੋਏਗਾ। लेकिन बलकौर सिंह कहते नजर आ रहे ने कि असी धमकियां तो नहीं डरते, असी इंसाफ लैके रहोगे। बहुत चीजा ने गुरजोत, बहुत चीजा ने, क्योंकि उन्हें इन्वेस्टिगेशन च जिहड़ी भी चार्जशीट आई है लगातार एक्सक्लूसिव जिहड़ी चार्जशीट उस जवाब दा जो सिद्धू मूसेवाला दे पिता ने दिता, यानी कि जो दलेरी असी हुण तक सिद्धू मूसेवाला दे विच वेखी, आ जिक्र उसदे पिता करदे आए ने कि पूरी दलेरी नाल सामना कीता। उन्होंने जिक्र किया कि ना पिछले काफी सालां दे विच बहुत वार धमकियां सिद्धू मूसेवाला नूं आईयां पर वो डरे नहीं। एक वीडियो भी मैं जरूर उसका जिक्र करांगी जो सिद्धू मूसेवाला दी सी, जो मौत पहला दी है उस दे विच उसने कहा कि हाँ मैनू धमकियां आ रही ने पर मैं नहीं डरांगा, जो मर्जी तुसी कर लवो। अज उहियो कह सकते हैं एक तरह दे नाल तस्वीर बलकौर सिंह दे विच नजर आई है, उन्हां दे पिता ने, पर उहियो छवि सानू वेखण नूं मिली। उन्होंने कहा कि मैं नहीं डरांगा क्योंकि मेरे कोल खोन तो ज्यादा कुछ नहीं है, मेरा इकलौता पुत सी वो चला गया दुनिया तो, किस तरह दे नाल मारिया मैं सबने वेखिया। तां अज वो दलेरी उन्हां दे विच नजर आई और उन्होंने जवाब भी दे दिता।
ਦੇਖੋ ਗੁਰਜੋਤ, ਇਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਜਿਸ ਤਰ੍ਹਾਂ ਦੀ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਬਲਕੌਰ ਸਿੰਘ ਨੂੰ ਪਹਿਲਾਂ ਵੀ ਇਸ ਤਰ੍ਹਾਂ ਦੀ ਜਿਹੜੀ ਹੈਗੀ WhatsApp ਰਾਹੀਂ ਕਾਲਸ ਆਈ। ਉਹਨਾਂ ਨੇ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਅਸੀਂ ਡਰਨ ਵਾਲੇ ਨਹੀਂ ਹੈ ਤੇ ਅਸੀਂ ਜਿਹੜਾ ਵੀ ਇਨਸਾਫ ਹੋਏਗਾ, ਜਿਹੜੀ ਵੀ ਚੀਜ਼ਾਂ ਹੈ ਸਾਰੀ ਅਸੀਂ ਪੁਲਿਸ ਨੂੰ ਦੱਸੀ ਹੈ। ਇੱਕ ਪੁਆਇੰਟ ਜਿਹੜਾ ਪੁਲਿਸ ਨੂੰ ਦੱਸਿਆ ਹੈ ਕਿ ਸਿੱਧੂ ਮੂਸੇਵਾਲੇ ਨੂੰ ਪਹਿਲਾਂ ਵੀ ਥ੍ਰੈਟ ਆਂਦੀ ਸੀ, ਕਿਸ ਤਰ੍ਹਾਂ ਦੇ ਸਰਕਮਸਟੈਂਸਿਸ ਪਹਿਲਾਂ ਬਣਦੇ ਸੀ ਤੇ ਸਾਰੀ ਚੀਜ਼ਾਂ ਨੂੰ ਲੈ ਕੇ ਪੁਲਿਸ ਨੂੰ ਵੀ ਇੱਕ ਲੱਖ ਤੋਂ ਸ਼ਿਕਾਇਤ ਵੀ ਦਿੱਤੀ ਸੀ। ਜਿਹੜੇ ਵੀ ਹੋਮਲੈਂਡ ਦਾ ਬਾਰ-ਬਾਰ ਨਾਂ ਲੈ ਰਹੇ ਹਨ, ਹੋਮਲੈਂਡ ਦਾ ਬਾਰ-ਬਾਰ ਨਾਂ ਕਿਉਂ ਲਿੱਤਾ ਜਾ ਰਿਹਾ, ਇਹਦੇ ਵਿੱਚ ਵੀ ਹਾਲਾਂਕਿ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਕਿਸ ਕਈਆਂ ਦਾ ਨਾਂ, ਵੱਡੇ ਸਿੰਗਰਾਂ ਦਾ ਨਾਂ ਲਿੱਤਾ ਗਿਆ। ਹੋਮਲੈਂਡ ਚ ਤਾਰ ਜੁੜਦੇ ਨਜ਼ਰ ਆ ਰਹੇ। ਇਹ ਉਹਨਾਂ ਦੇ ਫਾਦਰ ਕਹਿ ਰਹੇ, ਅਸੀਂ ਨਹੀਂ ਕਹਿ ਰਹੇ, ਉਹਨਾਂ ਦੇ ਫਾਦਰ ਨੇ ਗੱਲ ਕਹੀ ਹੈ। ਹੋਮਲੈਂਡ ਕੀ ਹੈ? ਹੋਮਲੈਂਡ ਇੱਕ ਵੱਡੀ ਸੁਸਾਇਟੀ ਹੈ, ਮੋਹਾਲੀ ਜ਼ਿਲ੍ਹੇ ਦੀ ਇੱਕ ਬਹੁਤ ਵੱਡੀ ਸੁਸਾਇਟੀ ਹੈ ਜਿੱਥੇ ਨਾਮੀ ਸਿੰਗਰ, ਨਾਮੀ 뮤직 ਇੰਡਸਟਰੀ ਦੇ ਲੋਕ, ਨਾਮੀ ਜਿਹੜੇ ਪੰਜਾਬੀ ਸਿੰਗਰ ਇੱਥੇ ਰਹਿੰਦੇ ਆ, ਇੱਥੇ ਰਹਿ ਕੇ ਇੱਥੇ ਰਹਿੰਦੇ ਤਾਂ ਉਹਨਾਂ ਨੇ ਹਾਲਾਂਕਿ ਪੁਲਿਸ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ। ਜਿਹੜੇ ਵੀ ਸਿੰਗਰਸ ਦੇ ਬਾਰੇ ਜਿਹੜੇ ਉਹਨਾਂ ਨੇ ਦੱਸਿਆ ਹੈ ਉਹਦੀ ਇਨਵੈਸਟੀਗੇਸ਼ਨ ਲਗਾਤਾਰ ਕਰ ਰਹੀ ਹੈ। ਪੁਲਿਸ ਕਹਿੰਦੀ ਹੈ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇੱਕ ਵੀ ਪੁਆਇੰਟ ਨਹੀਂ ਛੱਡ ਰਹੇ। ਜਿਹੜੀ ਗੱਲ ਉਹਨਾਂ ਦੇ ਫਾਦਰ ਸਾਹਿਬ ਕਹਿ ਰਹੇ ਨੇ, ਜਿਹੜੇ ਪੁਆਇੰਟਸ ਉਹਨਾਂ ਦੇ ਫਾਦਰ ਸਾਹਿਬ ਸਾਨੂੰ ਦੇ ਰਹੇ ਹਨ, ਅਸੀਂ ਇੱਕ ਪੁਆਇੰਟ ਬੜਾ ਹੀ ਡੀਪਲੀ ਉਹ ਕੰਮ ਕਰ ਰਹੇ ਹਾਂ। ਹਾਲਾਂਕਿ ਐਂਟੀ ਗੈਂਗਸਟਰ ਟੀਮ ਨੇ ਕਾਫੀ ਇਹਦੇ ਵਿੱਚ ਕੰਮ ਕੀਤਾ, ਜਿੱਦਾਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਗੁਰਜੋਤ ਕਿ ਸਚਿਨ ਥਾਪਨ, ਅਨਮੋਲ ਬਿਸ਼ਨੋਈ ਜਿਹੜੇ ਵਿਦੇਸ਼ ਭੱਜ ਗਏ ਸੀਗੇ, ਉਹਨਾਂ ਨੂੰ ਵੀ ਡਿਟੇਨ ਕਰ ਲਿਆ ਗਿਆ, ਟ੍ਰੇਸ ਕਰ ਲਿਆ ਗਿਆ। ਜਲਦੀ ਉਹਨਾਂ ਨੂੰ ਇੱਥੇ ਲੈ ਕੇ ਆਇਆ ਜਾਏਗਾ, ਹੋਰ ਵੀ ਪੁੱਛਗਿੱਛ ਆਏਗਾ। ਚਾਰਜਸ਼ੀਟ 'ਚ ਬਹੁਤ ਖੁਲਾਸੇ ਕੀਤੇ ਪੁਲਿਸ ਨੇ ਤੇ ਬਹੁਤ ਸਾਰੀ ਚੀਜ਼ਾਂ ਨੇ ਕਿ ਇਹਦੇ ਵਿੱਚ ਇਸ ਤਰ੍ਹਾਂ ਦੀ ਮੇਲ ਆਣਾ, ਇਸ ਤਰ੍ਹਾਂ ਦੀ ਜਿਹੜੀ ਧਮਕੀ ਆਣਾ ਆਪਣੇ ਆਪ 'ਚ ਇੱਕ ਬਹੁਤ ਵੱਡੀ ਅਹਿਮ ਗੱਲ ਹੋ ਜਾਂਦੀ ਹੈ। ਅਸੀਂ ਇਹਨੂੰ ਹਲਕੇ 'ਚ ਨਹੀਂ ਲੈ ਸਕਦੇ, ਅਸੀਂ ਇਹਨੂੰ ਰਿਸਕ ਜਿਹੜਾ ਹੈਗਾ ਜ਼ਰੂਰ ਹੈਗਾ। ਹਾਲਾਂਕਿ ਆਥੈਂਟਿਕ ਹੈ ਨਹੀਂ ਹੈ, ਇਹ ਤਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ, ਲੇਕਿਨ ਪੁਲਿਸ ਆਪਣੇ ਐਂਡ ਤੇ ਪੂਰਾ ਕੰਮ ਕਰ ਰਹੀ ਹੈ। ਪੁਲਿਸ ਐਂਡ ਆਪਣੇ ਐਂਡ ਤੇ ਸਾਈਬਰ ਸੈੱਲ ਦਾ ਕੰਮ, IT ਵਿੰਗ ਦਾ ਜਿਹੜਾ ਵੀ ਕੰਮ ਹੈ ਉਹ ਲਗਾਤਾਰ ਕਰ ਰਹੀ ਹੈ। ਜੀ बिल्कुल ये पुख्ता कह सकते हैं कि थोड़े समय हो जाएगा आखिरकार मनोज की ये धमकी जी सही है या फिर गलत है, पर बहुत अहम है कि ये धमकी आई है क्योंकि सीधे तौर पर इस जानो मारन की जी है वो धमकी दी गई है और कह दिता गया कि हशर बहुत ही बुरा होएगा। वो धमकी एक बार जरूर सुनते, हालांकि मेरे सहयोगी उमेश शर्मा भी साडे नाल मौजूद ने, उन्होंने बात करांगे क्योंकि उन्होंने नाल ही पिता बलकौर सिंह की गलबात हुई है, उन्होंने जवाब की दिता की कुछ कहा है जरूर चर्चा करांगे। पर एक बार धमकी का जिक्र जरूर करते हैं जो दी गई है बलकौर सिंह नूं गैंगस्टरां दे वल्लों, कथित तौर पर कह सकते क्योंकि अजे पुष्टि नहीं हुई, पर जो शब्द लिखे गए ने ईमेल दे विच वो बहुत खास ने। सुनो सिद्धू मूसेवाला दे बापू, तू लॉरेंस बिश्नोई, जग्गू भगवानपुरिया साडे भरावां दी सुरक्षा नूं लेकर जेकर कुछ बोलेगा ਤਾਂ ਤੇਰਾ ਤਾਂ ਪਤਾ ਵੀ ਨਹੀਂ ਲੱਗੂਗਾ। ਤੈਨੂੰ ਮਾਰ ਕੇ ਚਲੇ ਜਾਵਾਂਗੇ। ਤੂੰ ਅਤੇ ਤੇਰਾ ਮੁੰਡਾ ਇਸ ਦੇਸ਼ ਦੇ ਮਾਲਕ ਨਹੀਂ ਹੋ ਕਿ ਤੁਸੀਂ ਜਿਸ ਨੂੰ ਚਾਹੋਗੇ ਉਸ ਨੂੰ ਸੁਰੱਖਿਆ ਮਿਲੇਗੀ। ਤੇਰੇ ਮੁੰਡੇ ਨੇ ਸਾਡੇ ਭਰਾਵਾਂ ਨੂੰ ਮਰਵਾਇਆ ਅਤੇ ਅਸੀਂ ਤੇਰੇ ਮੁੰਡੇ ਨੂੰ ਮਾਰ ਦਿੱਤਾ। ਅਸੀਂ ਭੁੱਲੇ ਨਹੀਂ ਹਾਂ। ਮਨਪ੍ਰੀਤ ਮੰਨੂ ਅਤੇ ਜਗਰੂਪ ਸਿੰਘ ਰੂਪਾ ਦਾ ਫੇਕ ਐਨਕਾਊਂਟਰ ਹੋਇਆ ਅਤੇ ਤੈਨੂੰ ਵੀ ਇਹ ਨਹੀਂ ਭੁੱਲਣਾ ਚਾਹੀਦਾ ਬੁੱਢੇ, ਕਿਉਂਕਿ ਇਹ ਸਭ ਕੁਝ ਤੇਰੇ ਦਬਾਅ ਕਰਕੇ ਹੋਇਆ ਹੈ। सो बात की एक बार, जे तू ज्यादा बोलिया तो तेरा हशर सिद्धू तो वध खतरनाक ते भयानक होवेगा। ओके, मैं एजे बिश्नोई, लॉरेंस बिश्नोई, संपत नेहरा, गोल्डी बराड़, जग्गू भगवानपुरिया, काला जठेड़ी ते सोपू ग्रुप तो हाँ। ਤਾਂ ਇਸ ਧਮਕੀ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਪਿਤਾ ਬਲਕੌਰ ਸਿੰਘ ਨੂੰ, ਪਰ ਆਖਰਕਾਰ ਉਹਨਾਂ ਦਾ ਜਵਾਬ ਕੀ ਹੈ ਬਹੁਤ ਅਹਿਮ ਹੈ ਕਿਉਂਕਿ ਪਹਿਲਾ ਜਵਾਬ ਹੈ ਨਿਊਜ਼ 18 ਪੰਜਾਬ ਤੇ, ਪਹਿਲਾ ਜਵਾਬ ਹੈ ਜੋ ਅਸੀਂ ਪੰਜਾਬ ਦੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ। ਉਮੇਸ਼ ਸ਼ਰਮਾ ਨੇ ਮੇਰੇ ਸਹਿਯੋਗੀ ਸਿੱਧਾ ਚੱਲਦੇ ਹਾਂ। ਉਮੇਸ਼, ਤੁਹਾਡੇ ਨਾਲ ਗੱਲਬਾਤ ਹੋਈ ਹੈ ਪਿਤਾ ਬਲਕੌਰ ਸਿੰਘ ਦੀ, ਕੀ ਉਹਨਾਂ ਦੇ ਸ਼ਬਦ ਸੀਗੇ, ਕਿਸ ਤਰ੍ਹਾਂ ਦੇ ਨਾਲ ਉਹ ਭਾਵੁਕ ਹੋਏ ਨੇ ਔਰ ਕੀ ਕੁਝ ਉਹਨਾਂ ਨੇ ਜ਼ਿਕਰ ਕੀਤਾ ਕਿ ਇਸ ਧਮਕੀ ਨੂੰ ਉਹ ਕਿਸ ਲਹਿਜ਼ੇ ਦੇ ਵਿੱਚ ਲੈਂਦੇ ਨੇ? उमेश, मेरी आवाज आ पा रही है? ठीक है, उन्होंने कोल चलते हैं और जरूर जाणांगे क्योंकि उन्होंने नाल गलबात हुई और इस तो पहला भी वो दस रहे सी सानू कि आखिरकार किस तरह दे नाल उन्होंने जवाब दिता क्योंकि पिता बलकौर सिंह जिहड़े ने उन्होंने वल्लों साफ कहा गया कि मेरा इकलौता पुत सी, कोई पुत सी मेरे कोल और अजिहा सी जो कि अपने बलबूते ते जिया, जबकि गरीब परिवार दे विच उठ के उसने इन्ना वड्डा ना कमाया कि अज दुनिया जिहड़ी है उसदे मरण ते इन्ना दुख जता रही है। तो उस तो बाद ਹੁਣ ਜੇਕਰ ਇਹ ਧਮਕੀ ਆਉਂਦੀ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਲੈਂਦੇ ਨੇ? ਉਮੇਸ਼, ਜੇਕਰ ਮੇਰੀ ਆਵਾਜ਼ ਆ ਪਾ ਰਹੀ ਹੈ ਤਾਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਪਿਤਾ ਬਲਕੌਰ ਸਿੰਘ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ, ਕੀ ਕੁਝ ਉਹਨਾਂ ਦੇ ਵੱਲੋਂ ਕਿਹਾ ਗਿਆ? जब आपको मेरी आवाज आ रही,
ਆਵਾਜ਼ ਆ ਰਹੀ ਹੈ ਉਮੇਸ਼ ਔਰ ਉਹਨਾਂ ਦੇ ਕੋਲ ਜ਼ਰੂਰ ਚੱਲਦੇ ਆ ਕਿਉਂਕਿ ਬਿਲਕੁਲ ਜਾਨਣਾ ਬੇहद ਜ਼ਰੂਰੀ ਹੈ ਔਰ ਬਹੁਤ ਅਹਿਮ ਵੀ ਹੈ ਕਿਉਂਕਿ ਸਭ ਤੋਂ ਪਹਿਲਾਂ ਇਹ ਬਿਆਨ ਨਿਊਜ਼ 18 ਪੰਜਾਬ ਤੇ ਹੀ ਆਇਆ ਹੈ। ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬ ਹੀ ਇਹ ਦਰਸ਼ਕਾਂ ਤੱਕ ਪਹੁੰਚਾ ਰਿਹਾ ਕਿ ਆਖਰਕਾਰ ਇਸ ਧਮਕੀ ਨੂੰ ਕੀ ਕੁਝ ਕਿਸ ਤਰ੍ਹਾਂ ਦੇ ਨਾਲ ਲੈ ਰਹੇ ਨੇ ਪਿਤਾ ਬਲਕੌਰ ਸਿੰਘ ਜੀ। ਉਮੇਸ਼ ਜੀ उमेश ਤੁਹਾਡੀ ਆਵਾਜ਼ ਆ ਪਾ ਰਹੀ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਜਦੋਂ ਸਾਡੀ ਗੱਲਬਾਤ ਹੋਈ ਹੈ ਕੁਝ ਦੇਰ ਪਹਿਲਾਂ ਤਾਂ ਉਹਨਾਂ ਨੇ ਸਾਫ਼ ਕਿਹਾ ਕਿ ਧਮਕੀ ਆਈ ਹੈ ਔਰ ਸਿੱਧੂ ਦੀ ਮੇਲ ਆਈਡੀ ਤੇ ਆਈ ਹੈ ਯਾਨੀ ਕਿ ਇਹ ਬਾਤ ਕਨਫਰਮ ਹੈ ਕਿ ਧਮਕੀ ਆਈ ਹੈ। ਹੁਣ ਸਵਾਲ ਹੈ ਕਿ ਜਿਸ ਹਿਸਾਬ ਨਾਲ ਧਮਕੀ ਆਈ ਹੈ ਉਹਦੀ ਲੈਂਗੁਏਜ ਕੀ ਹੈ ਧਮਕੀ ਦੀ ਉਹਦੀ ਧਮਕੀ ਦੀ ਵਰਡਿੰਗ जी बिल्कुल जिस हिसाब नाल धमकी आई है साफ किया कि सिद्धू दी मेल आईडी ते धमकी आई यानी कि कोई फोन ते नहीं कोई व्हाट्सएप कॉल नहीं कोई फोन सीधा कॉल मेल आईडी दे उत्ते लिख के मेल सिद्धू दी मेल ते ये उन्होंने धमकी दी है। उन्होंने साफ कहा कि मेरा मुंडा मारिया गया मैं प्यो होने के नाते मैं इंसाफ की लड़ाई जारी रखांगा और जे मैं ये धमकियां तो डर के बह गया तो मैं सिद्धू नूं की जवाब देवांगा और साफ कहा कि ये दबाव है उन्हां ते उत्ते हुण दबाव पै रहा है क्योंकि जिस हिसाब नाल डिटेन होया थापन है या गल करिए होर दूजे अपराधियों की और जिस हिसाब नाल कल दिल्ली पुलिस की FIR हुई है और तमाम यह इंसीडेंट पिछले दिनों होए ने तो किते न किते उन्होंने साफ किया कि हुण प्रैशर पै रहा है मैनू धमकाओ के जे सोचते हैं कि डरा लेंगे तो मैं चुप बैठने वाला नहीं हाँ ये लंबी लड़ाई चलूगी इंसाफ की लड़ाई है क्योंकि मेरा मुंडा मारा गया बेकसूर इंसान की जान लीती गई है साजिशां घड़ी गई ने मैं की जवाब देवांगा सिद्धू नूं जे मैं डर के बह गया। और उन्होंने ये भी कहा कि जो मैं कैंडल मार्च की आपां गल करिए उस दिन मानसे विच जिहड़ा कैंडल मार्च होया तो उत्थे इकट्ठ ने साफ तौर पर इन्ना हुंगारा दिता है और मैं पूछा भी सी उन्होंने बार बार कि क्या ये लड़ाई चलनी चाहिए आगे हिसाब नाल तो सब ने हुंगारा दिता। उन्होंने कहा कि लोगों की लड़ाई है मेरे नाल लोग ने और वो लोग भी ने जिन्हां दे कई बार कई पुत भी हो सकता है इस शिकार होण गैंगस्टर दे इस गैंगस्टरवाद दे वो शायद अपनी आवाज़ ना चुकी होण लेकिन साडे राही वो आवाज़ चुक रहे होण जिथे तक सिद्धू मूसेवाले की गल है। एक गल उन्होंने होर विच क्लीयर की है कि जिस हिसाब नाल मेल आया यार धमकी आई है जे वो सोचते होण जां उन्हां दे जिहड़े लोग ने बैठे ने वो सोचते होण कि मैं शायद डर जांगा घरे बह जांगा तो मैं घर बहण वाला नहीं हाँ क्योंकि वो स्टार सीगा दुनिया लई मेरा सीगा एक मुंडा और कल्ला कल्ला मेरा मुंडा जिहड़ा जिस हिसाब नाल मारिया गया मेरी अखां दे सामने तो मैं वो सी जिहड़ा वो चीज़ां मेरे नाल होईयां ने मैं वो भुल ही नहीं सकता जिंदगी कदे भी वो भुल्लण वाली चीज़ ही नहीं है दिमाग चों कढ़ देनी चाहिए लोगों को लड़ाई तो ये जारी रहेगी होर आगे वधेगी। और उन्होंने भी कहा कि खाली अज पंजाब की गल नहीं अज हिंदुस्तान की गल नहीं विदेशों में कैंडल मार्च जिहड़े हो रहे हैं वो किते न किते दर्शाउंदे ने कि सिद्धू दे जाण दा जिहड़ा दुख है वो माँ प्यो तो है ही है पूरी दुनिया नूं भी दुख है और उहदे जिहड़े कातिल ने साजिशकर्ता ने वो सामने आने चाहिए ने सज़ा मिलनी चाहिए है। और जिहड़ी धमकी की एक लाइन उन्होंने जिक्र किया कि मालक नहीं हो तुसी इस इंडिया दे तो उन्होंने साफ किया कि मैं इस मुल्क का एक बाशिंदा और मैनू भी आराम नाल रहण दा मेरे परिवार नूं आराम नाल रहण दा हक है। सिद्धू मूसेवाला मेरा मुंडा सीगा उन्होंने मारिया गया तो उहदे कातलां नूं जेल तक पहुँचाना साजिशां करता नूं बाहर कट के सामने लियाना ये भी मेरा काम है और इंसाफ की लड़ाई मैं लड़ता रहूँगा। और साफ किया कि जे डरन वाली गल है या धमकाने वाली गल है तो सवाल ही नहीं पैदा होंदा कि मैं बह जांगा या इदां दी धमकी आणगियां माहौल च असीं जिहड़ा पिछले कुछ देख रहे हैं यही चीज़ नूं लैके असीं सामने आए हैं कि इदां चुप बह गए तो फिर असीं लड़ाई नहीं लड़ सकते। और भावुक भी काफ़ी सीगे बलकौर सिंह जदों गल हो रही सी काफ़ी भावुक भी नज़र आए। उन्होंने कहा कि एक मुंडा जे अपनी गायकी के दम ते जे पिंड तो उठा मुंडा गरीब परिवार का मुंडा उठ के इदां आ जाता है जे वो कुछ लोगों के ग्रुप च नहीं शामिल होया तमाम चीज़ां पहले भी जिक्र करते रहे ने भावुक सीगे कि ये चीज़ां क्यों हुईयां ने क्या एक प्यो का फर्ज नहीं बनता कि अपने बेटे के कातलियां नूं सज़ा दिवाण क्या कि प्यो का फर्ज नहीं बनता कि लोगों के सामने सच्चाई लैण और यही सच्चाई की लड़ाई है इस इंसाफ की लड़ाई है। और गलबात करते करते उन्होंने भी कहा कि डरन का तो मतलब नहीं है कि साफ करता भी जी धमकी आई है अगर सही क्योंकि हले पुलिस इन्वेस्टिगेशन का पार्ट है कि किहड़े मेल आईडी तो आई है कित्थे दी मेल आईडी है क्या किहड़े लोग ने क्योंकि जिस हिसाब नाल इस मेल च ना लिता गया काला जठेड़ी शूटर्स जो प्रोवाइड कराए गए ने जग्गू भगवानपुरी का नाम लिता गया लॉरेंस बिश्नोई का नाम संपत नेहरा गोल्डी बराड़ ये तमाम वो जुटे एक ही ग्रुप है वो पुलिस का इन्वेस्टिगेशन का पार्ट है कि कितों आए। लेकिन बलकौर सिंह जी की आप गल करिए साफ साफ कहता कि मैं डरन वाला नहीं
ਇਨਸਾਫ ਦੀ ਲੜਾਈ ਲੜ ਕੇ ਰਹੂੰਗਾ। ਜੀ ਉਮੇਸ਼। ਮੇਰੇ ਮੁੰਡੇ ਦਾ ਕਤਲ ਹੋਇਆ, ਦੁਨੀਆ ਲਈ ਸਟਾਰ ਸੀਗਾ, ਮੇਰਾ ਮੁੰਡਾ ਸੀ, ਮੈਂ ਕਿੱਦਾਂ ਭੁੱਲ ਜਾ? ਜਿਹੜਾ ਹੋਇਆ ਉਹ ਮੈਂ ਹੀ ਜਾਣਦਾ। ਮੇਰੇ ਦਿਲ ਨੂੰ ਪੁੱਛੋ ਕਿ ਕੀ ਬੀਤਰੀ ਅੱਜ ਮੇਰੇ ਤੇ। ਤਾਂ ਜੇ ਇਹ ਮਿਲਣਾ ਕਰਕੇ ਜਾਂ ਫੋਨ 'ਚ ਕੋਈ ਡਰਾਉਣਾ ਚਾਹੁੰਦਾ ਤਾਂ ਉਹ ਭੁੱਲ ਜਾਵੇ। ਇਹ ਲੜਾਈ ਜਾਰੀ ਰਹੇਗੀ, ਯਾਨੀ ਕਿ ਸਾਫ਼ ਸ਼ਬਦਾਂ 'ਚ ਕਿਹਾ, ਕਿਉਂਕਿ ਉਹਨਾਂ ਨੇ ਬਾਰ-ਬਾਰ ਇਸ ਜ਼ਿਕਰ ਕਰਤਾ ਕਿ ਇਨਸਾਫ ਦੀ ਲੜਾਈ ਹੈ। ਇਹ ਕੋਈ ਉਹ ਨਹੀਂ ਹੈ, ਮੈਂ ਕੋਈ ਉਹ ਨਹੀਂ ਹੈ। ਮੇਰੇ ਮੁੰਡੇ ਦੇ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਸਿੰਪਲ ਜੀ ਗੱਲ ਹੈ। ਔਰ ਹਰ ਕੋਈ ਪੇਰੈਂਟ ਜਿਹਦਾ ਕੋਈ ਨਾਲ ਇਦਾਂ ਹੋਇਆ ਉਹ ਲੜਾਈ ਉਹਨੂੰ ਲੜਨੀ ਚਾਹੀਦੀ ਹੈ। ਔਰ ਮੇਰੇ ਨਾਲ ਲੋਕ ਨੇ ਔਰ ਮੈਨੂੰ ਭਰੋਸਾ ਵੀ ਹੈ ਕਾਨੂੰਨ ਤੇ, ਇਹੋ ਜਿਹੀ ਗੱਲ ਨਹੀਂ। ਲੇਕਿਨ ਇੰਨਾ ਜ਼ਰੂਰ ਹੈ ਕਿ ਅਸੀਂ, ਔਰ ਇੱਕ ਗੱਲ ਹੋਰ ਉਹਨਾਂ ਨੇ ਜ਼ਿਕਰ ਕੀਤਾ ਕਿ ਸੁਰੱਖਿਆ ਦੀ ਗੱਲ ਕਰ ਰਹੇ ਨੇ ਕਿ ਉਹਨਾਂ ਦਾ ਮੁੰਡਾ ਟੈਕਸ ਦਿੰਦਾ ਸੀ, ਕਰੋੜਾਂ ਰੁਪਏ ਟੈਕਸ ਦਿੰਦਾ ਸੀ, ਉਹ ਫਿਰ ਵੀ ਮਾਰਿਆ ਗਿਆ। ਜਿਹੜੇ ਉਹ ਸਾਜ਼ਿਸ਼ ਕਰ ਰਹੇ ਨੇ ਔਰ ਜਿਹੜੇ ਮਰਡਰ ਨੇ ਯਾਨੀ ਕਿ ਆਰੋਪੀ ਨੇ, ਉਹਨਾਂ ਨੂੰ ਸਿਕਿਉਰਟੀਆਂ ਮਿਲੀ ਹੋਈਆਂ ਨੇ, ਉਹ ਕੜੀ ਸੁਰੱਖਿਆ 'ਚ ਨੇ। ਤਾਂ ਕਿਤੇ ਨਾ ਕਿਤੇ ਸਰਕਾਰਾਂ ਤੇ ਵੀ ਇੱਕ ਸਵਾਲ ਉਹਨਾਂ ਨੇ ਚੁੱਕਿਆ ਜੀ। ਬਿਲਕੁਲ, ਹਮੇਸ਼ਾ ਜ਼ਿਕਰ ਕਰਦੇ ਨੇ ਪਰ ਅੱਜ ਸਾਫ਼ ਕਰ ਦਿੱਤਾ ਉਮੇਸ਼ ਕਿ ਉਹ ਡਰਨ ਵਾਲੇ ਨਹੀਂ ਹਨ ਇਸ ਧਮਕੀ ਤੋਂ ਬਾਅਦ। ਬਹੁਤ ਬਹੁਤ ਸ਼ੁਕਰੀਆ तमाम ਗੱਲਬਾਤ ਦੇ ਲਈ ਉਮੇਸ਼। ਔਰ ਮਨੋਜ, ਤੁਹਾਡਾ ਵੀ ਧੰਨਵਾਦ ਹੈ तमाम ਚਰਚਾ ਦੇ ਲਈ। ਤਾਂ ਸਿੱਧੇ ਤੌਰ ਤੇ ਇਹ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਆਈ ਹੈ, ਈਮੇਲ ਦੇ ਜ਼ਰੀਏ ਆਈ ਹੈ। ਜਾਣਕਾਰੀ ਇਹ ਵੀ ਹੈ ਜੋ ਮਿਲ ਰਹੀ ਹੈ ਕਿ ਈਮੇਲ ਬਾਅਦ ਦੇ ਵਿੱਚ ਸੈਂਡ ਕਰਕੇ डिलीट कर दी गई है। सो इन्वेस्टिगेशन चल रही है। तो हुण सीधे तौर पे यह साफ कर दिता मूसेवाला के पिता ने कि वह बिल्कुल भी डरन वाले, डर के बैठन वाले नहीं हैं। ਤਾਂ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਆਈ ਹੈ ਔਰ ਕੀ ਕੁਝ ਕਿਹਾ ਗਿਆ। ਲਾਰੈਂਸ ਗੈਂਗ ਦੇ ਵੱਲੋਂ ਕਿਹਾ ਗਿਆ ਹੈ ਕਿ ਆਖਰਕਾਰ ਇਹ ਚੁੱਪ ਕਰਕੇ ਬੈਠਿਆ ਜਾਵੇ, ਤੇਰੇ ਮੁੰਡੇ ਨੇ ਸਾਡੇ ਭਰਾਵਾਂ ਨੂੰ ਮਰਵਾਇਆ। ਮੂਸੇਵਾਲਾ ਦੇ ਪਿਤਾ ਕਹਿੰਦੇ ਨੇ ਕਿ ਮੇਰੇ ਬੇਕਸੂਰ ਬੇਟੇ ਨੂੰ ਮਾਰਿਆ ਗਿਆ ਹੈ। ਉਸ ਤੋਂ ਬਾਅਦ ਕਹਿੰਦੇ ਨੇ ਤੇਰਾ ਹਸ਼ਰ ਸਿੱਧੂ ਤੋਂ ਵੱਧ ਖਤਰਨਾਕ ਤੇ ਭਿਆਨਕ ਹੋਏਗਾ। ਜਵਾਬ ਆਉਂਦਾ ਮੈਂ ਆਪਣੇ ਬੇਟੇ ਨੂੰ ਇਨਸਾਫ ਦਵਾ ਕੇ ਰਵਾਂਗਾ। ਉਸ ਤੋਂ ਬਾਅਦ ਗੈਂਗਸਟਰ ਕਹਿੰਦੇ ਨੇ ਮਨਪ੍ਰੀਤ ਮੰਨੂ ਤੇ ਰੂਪਾ ਦਾ ਫੇਕ ਐਨਕਾਊਂਟਰ ਹੋਇਆ। ਤਾਂ ਮੂਸੇਵਾਲੇ ਦੇ ਪਿਤਾ ਕਹਿੰਦੇ ਨੇ ਕਿ ਇਨਸਾਫ ਦੀ ਲੜਾਈ ਜਾਰੀ ਰਹੇਗੀ ਔਰ कि जे तू कुछ बोलिया तेनू मार देवांगे। तां जवाब आउंदा है मैं धमकी तो डर के चुप बैठन वाला नहीं हां। सो तेरे मुंडे ने साडे भरावां नू मरवाया, इस तरह दा जिक्र गैंग वालों कीता जांदा। पर दूसरे पासे वो कहंदे ने कि मेरा मुंडा बेकसूर सी और बेकसूर नू मारिया गया। हशर तो मैं नहीं डरदा। उस तो बाद वो जवाब दिंदे ने मेरे बेटे नू लैके इंसाफ दी लड़ाई जारी रहेगी। तां उस तो बाद गैंग दे वालों अपना बयान यानी कि दूसरे पासे धमकी तो बाद ये जवाब। तो लगातार खबरों ते नजर बनी हुई है। एक ब्रेक के लिए रुक रहे हैं, जल्दी वापस आवांगे।